अमृतपाल सिंह इस वेले पुलिस की गिरफ्त दे विच है, पर इस दी शुरुआत जिहड़ी है 23 फरवरी नूं हुंदी है, जदों अमृतपाल सिंह अपने साथियों समेत अजनाला पुलिस स्टेशन पहुंचता है। तो उस तो बाद ही पुलिस वल्लों उस दे उत्ते शिकंजा कस्या जांदा। पर क्यों इस सब की लोड़ पई? मेरे नाल SSP सतिंदरपाल सिंह ने, जो कि अमृतसर देहाती दे SSP ने, और उन्हां वल्लों ही सारी हुण तक जांच की गई। बहुत सारियां गिरफ्तारियां उन्हां वल्लों जिहड़े दिशा निर्देश दिते गए उस मुताबक कीतियां गईयां। तां पूरा मामला की है, क्यों अमृतपाल सिंह ते उहदे साथियां नूं गिरफ्तार करन दी लोड़ पई? मेरे नाल इस वेले SSP सतिंदरपाल सिंह ने। सर, सब तो पहला तां उही जिहड़ा 23 फरवरी नूं जो घटनाक्रम अजनाला थाणे दे विच वापरदा है, उस तो बाद पुलिस की कारगुजारी ते सवाल खड़े किए गए और ये गल कही गई कि पुलिस शायद गोडे टेक गई है, इस करके अमृतपाल सिंह अपने साथी नूं बड़े आराम दे नाल रिहा करके लै जांदा। उत्थों लैके हुण तक की पूरी कहानी की है और पुलिस की जांच इस वेले कित्थों तक पहुंची है? 23 फरवरी ਨੂੰ ਜਿੱਦਾਂ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਪਾਲ ਆਪਦੇ ਸਾਥੀਆਂ ਨਾਲ ਉੱਥੇ ਪੁਲਿਸ ਸਟੇਸ਼ਨ ਨਾਲੇ ਦੇ ਵਿੱਚ ਆਉਂਦਾ ਹੈ ਔਰ ਉੱਥੇ ਇਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਹਨ। ਪੁਲਿਸ ਦੇ ਸਾਡੇ ਅਫਸਰ ਤੇ ਸਾਡੇ ਸਾਥੀ ਵੀ ਜ਼ਖਮੀ ਹੁੰਦੇ ਆ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਅਗਲੇ ਦਿਨ ਹੀ FIR ਅੰਮ੍ਰਿਤਪਾਲ ਦੇ ਖਿਲਾਫ ਰਜਿਸਟਰ ਕਰ ਦਿੰਦੇ ਹਾਂ ਜੀ। ਹੁਣ ਉਸ ਦਿਨ ਇਹ ਸਾਰਾ ਕੁਝ ਜਿਹੜੀ ਘਟਨਾ ਵਾਪਰਦੀ ਆ, ਜਦੋਂ ਇਹ ਅੰਮ੍ਰਿਤਪਾਲ ਹਲੇ ਅਜਨਾਲੇ ਥਾਣੇ ਨਹੀਂ ਪਹੁੰਚਦਾ, ਉਹਦੇ ਦੂਜੇ ਸਾਥੀ ਅਜਨਾਲੇ ਪੁਲਿਸ ਸਟੇਸ਼ਨ ਦੇ ਕੋਲ ਜਿੱਥੇ ਸਾਡੇ ਬੈਰੀਕੇਡਸ ਉੱਥੇ ਪਹੁੰਚੇ ਹੋਏ ਆ। ਗਰਮੀ ਵੀ ਸੀ ਉਸ ਦਿਨ, ਜੋ ਅਸੀਂ ਪਾਣੀ ਜਾਂ ਸਾਡਾ ਲੰਗਰ ਸਾਡੇ ਪੁਲਿਸ ਸਾਥੀਆਂ ਕਰਮਚਾਰੀਆਂ ਲਈ ਸੀ। ਅਸੀਂ ਆਪ ਜਿਹੜੇ ਦੂਜੇ ਧਰਨਾਕਾਰੀ ਆਏ ਹੋਏ ਸਨ ਗਰਮੀ ਕਰਕੇ, ਕਿਉਂਕਿ ਉਹਦੇ ਵਿੱਚ ਨੌਜਵਾਨ ਵੀ ਸੀ, ਯੰਗ ਬੱਚੇ ਵੀ ਸੀ, ਕੁਛ ਬਹੁਤ ਘੱਟ ਗਿਣਤੀ 'ਚ ਬਜ਼ੁਰਗ ਵੀ ਸੀ। ਅਸੀਂ ਉਹਨਾਂ ਨੂੰ ਪਾਣੀ ਵਗੈਰਾ ਪਿਆਇਆ ਔਰ ਤੁਸੀਂ ਵੀ ਉਹ ਸਾਰਾ ਚੀਜ਼ ਦੇਖਿਆ। ਸਾਰਿਆਂ ਨੇ ਉਸ ਚੀਜ਼ ਨੂੰ ਐਪਰੀਸ਼ੀਏਟ ਵੀ ਕੀਤਾ ਜੀ। ਮੇਰਾ ਇਹ ਦੱਸਣ ਦਾ ਇਹ ਮਤਲਬ ਹੈ ਕਿ ਅਸੀਂ ਕਿਸੇ ਵੀ ਕਿਸਮ ਦੀ ਵਾਇਲੈਂਸ ਨੂੰ ਜਾਂ ਕੋਈ ਲਾਠੀ ਚਾਰਜ ਨੂੰ, ਉਹ ਸਾਡੀ ਨਾ ਮਨਸ਼ਾ ਸੀਗੀ, ਨਾ ਅਸੀਂ ਉਸ ਚੀਜ਼ ਨੂੰ ਉਦੋਂ ਉਸ ਵਿੱਚ ਕੀਤਾ। ਅੰਮ੍ਰਿਤਪਾਲ ਦੇ ਪਹੁੰਚਣ ਤੋਂ ਪਹਿਲਾਂ ਵੀ ਉੱਥੇ ਜਿਹੜੇ ਇਹਦੇ ਸਾਥੀ ਸੀ ਉਹਨਾਂ ਨੇ ਅਨਾਉਂਸ ਕੀਤਾ ਕਿ ਪੁਲਿਸ ਨੇ ਹੁਣ ਪਾਣੀ ਪਿਆ ਰਹੀ ਆ, ਫਿਰ ਸਾਡੇ 'ਤੇ ਲਾਠੀਆਂ ਵੀ ਚਲਾਊਗੀ। ਉਦੋਂ ਵੀ ਮੈਂ ਕਿਹਾ ਕਿ ਨਹੀਂ, ਨਾ ਅਸੀਂ ਲਾਠੀਆਂ ਚਲਾਉਣੀਆਂ, ਨਾ ਸਾਡਾ ਇਹ ਮਕਸਦ ਆ, ਕਿਉਂਕਿ ਮਾਨਯੋਗ CM ਸਾਹਿਬ ਤੇ ਮਾਨਯੋਗ DGP ਸਾਹਿਬ ਬਿਲਕੁਲ ਇਹਨਾਂ ਦੀਆਂ ਸਾਨੂੰ ਕਲੀਅਰ ਇੰਸਟਰਕਸ਼ਨ ਸੀਗੀਆਂ ਔਰ ਇਹਦੇ 'ਚ ਕੋਈ ਵੀ ਕਿੰਤੂ ਪਰੰਤੂ ਦਾ ਜੋ ਦੋ ਰਾਏ ਨਹੀਂ ਸੀ, ਕਿਉਂਕਿ ਇਹ ਸਵੇਰੇ ਸਾਨੂੰ ਪਤਾ ਲੱਗ ਗਿਆ ਸੀ ਕਿ ਪਾਲਕੀ ਸਾਹਿਬ ਅੰਮ੍ਰਿਤਪਾਲ ਨਾਲ ਲੈ ਕੇ ਆ ਰਿਹਾ ਹੈ। ਸੋ ਉਸ ਨਜ਼ਰੀਏ ਨੂੰ ਦੇਖਦੇ ਹੋਏ ਸਾਡਾ ਇਹ ਸੀ ਕਿ ਵੀ ਸਾਰਾ ਕੁਝ ਪੀਸਫੁਲ ਮਾਹੌਲ 'ਚ ਹੀ ਗੱਲਬਾਤ ਹੋਵੇ ਤਾਂ ਚੰਗੇ ਇੱਕ ਤਰੀਕੇ 'ਚ ਸਾਰੀ ਚੀਜ਼ ਨੂੰ, ਇਸ਼ੂ ਨੂੰ, ਅਸੀਂ ਉਹਨਾਂ ਦੀ ਗੱਲ ਸੁਣੀ ਵੀ ਕੀ ਕਹਿਣਾ ਚਾਹੁੰਦੇ ਆ। ਪਰ ਜਦੋਂ ਅੰਮ੍ਰਿਤਪਾਲ ਸਭ ਤੋਂ ਪਹਿਲੇ ਬੈਰੀਕੇਡਸ 'ਤੇ ਮੈਂ ਆਪ ਉੱਥੇ ਖੜਾ ਆ ਤੇ ਅੰਮ੍ਰਿਤਪਾਲ ਜਦੋਂ ਉੱਥੇ ਆਉਂਦਾ ਹੈ ਤੇ ਇਹਦੇ ਸਾਥੀ ਪਿੱਛੇ ਹਟ ਜਾਂਦੇ ਤੇ ਸਭ ਤੋਂ ਅੱਗੇ ਇਹ ਪਾਲਕੀ ਸਾਹਿਬ ਲੈ ਕੇ ਆਉਂਦੇ ਆ। ਤੇ ਉਦੋਂ ਮੈਂ ਆਪ ਦਾ ਸਿਰ ਵੀ ਢੱਕਦਾ ਆ। ਸਾਡੇ ਹੋਰ ਜਿਹੜੇ ਸਾਥੀ ਅਫਸਰ ਸੀਗੇ ਉਹਨਾਂ ਨੂੰ ਵੀ ਅਸੀਂ ਕਹਿੰਦੇ ਆ ਵੀ ਕਿਉਂਕਿ ਪਾਲਕੀ ਸਾਹਿਬ ਮਹਾਰਾਜ ਦੀ ਭੀੜ ਸੁਸ਼ੋਭਿਤ ਸੀਗੀ ਤਾਂ ਵੀ ਅਸੀਂ ਸਤਿਕਾਰ ਸਾਡਾ ਬਣਦਾ ਆ, ਅਸੀਂ ਕਰਦੇ ਆ, ਤਾਂ ਕਿ ਉਸ ਕਰਕੇ ਅਸੀਂ ਸਾਰਿਆਂ ਨੇ ਸਿਰ ਢੱਕ ਲਿਆ। ਪਰ ਇਹ ਆਉਂਦੇ ਹੀ ਪਾਲਕੀ ਸਾਹਿਬ ਨੂੰ ਸਿੱਧਾ ਇਹਨਾਂ ਨੇ ਬੈਰੀਕੇਡਸ ਦੇ ਵਿੱਚ ਮਾਰਿਆ। ਉੱਥੇ ਫਿਰ ਮੈਂ ਇਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ? ਉਹ ਕਹਿੰਦੇ ਜੀ ਅਸੀਂ ਪਾਲਕੀ ਸਾਹਿਬ ਅੱਗੇ ਤੱਕ ਲੈ ਕੇ ਜਾਣੀ ਆ। ਤਾਂ ਮੈਂ ਕਿਹਾ ਠੀਕ ਹੈ, ਜਿੱਥੇ ਵੀ ਤੁਸੀਂ ਪਾਲਕੀ ਸਾਹਿਬ ਲੈ ਕੇ ਜਾਣੀ ਆ, ਕਿਉਂਕਿ ਮਹਾਰਾਜ ਦੇ ਸਵਾਰੀ ਵਿੱਚ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹੈ ਤੇ ਇਹਨੂੰ ਅਸੀਂ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਅਸੀਂ ਆਪ ਲੈ ਕੇ ਚੱਲਦੇ ਹਾਂ, ਪਰ ਤੁਸੀਂ ਇਹਨੂੰ ਪਾਲਕੀ ਸਾਹਿਬ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਨਾ ਕਰੋ। ਤੇ ਪਰ ਇਹਨਾਂ ਨੇ ਉੱਥੇ ਕੋਈ ਵੀ ਸਾਡੀ ਗੱਲ ਨਹੀਂ ਸੁਣੀ ਔਰ ਅਸੀਂ ਫਟਾਫਟ ਉੱਥੇ ਜੋ ਸਾਡੇ ਬੈਰੀਕੇਡਸ, ਜੋ ਸਾਡੀ ਫੋਰਸ ਲੱਗੀ ਸੀ, ਅਸੀਂ ਉਸ ਨੂੰ ਪਿੱਛੇ ਹਟਾਇਆ ਤਾਂ ਕਿ ਕਿਸੇ ਵੀ ਕਿਸਮ ਦਾ ਪਾਲਕੀ ਸਾਹਿਬ ਦਾ ਨੁਕਸਾਨ, ਉਹ ਚੀਜ਼ ਗਲਤੀ ਨਾਲ ਵੀ ਨਾ ਹੋ ਜਾਏ, ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਜਾਂ ਉਹਦੇ ਸਤਿਕਾਰ ਦੇ ਵਿੱਚ ਕੋਈ ਕਮੀ ਨਾ ਰਵੇ। ਅਸੀਂ ਉਹ ਪਿੱਛੇ ਹਟਾ ਕੇ ਜਦੋਂ ਪੁਲਿਸ ਸਟੇਸ਼ਨ ਦੇ ਅੱਗੇ ਆਉਂਦੇ ਆ, ਹਾਰਡਲੀ 60-70 ਫੀਟ ਦਾ ਹੀ ਫਰਕ ਸੀਗਾ ਤੇ ਪਾਲਕੀ ਸਾਹਿਬ ਵੀ ਆ ਰਹੀ ਆ ਤੇ ਇਹਦੇ ਜਿਹੜੇ ਅੰਮ੍ਰਿਤਪਾਲ ਨਾਲ ਇਹਦੇ ਸਾਥੀ ਆਏ ਸੀ, ਉਹਨਾਂ ਨੇ ਜਿਹੜੇ ਸਾਡੇ ਉੱਥੇ ਪੁਲਿਸ ਅਫਸਰ, ਕਰਮਚਾਰੀ, ਮੈਂ ਆਪ ਉੱਥੇ ਖੜਾ ਆ, ਇਹਨਾਂ ਨੇ ਤਲਵਾਰਾਂ, ਬਰਛਿਆਂ ਨਾਲ ਉੱਥੇ ਉਹਨਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਵੀ ਸਿਚੁਏਸ਼ਨ ਬਸ ਇਹੀ ਸੀ ਕਿ ਜੇ ਸਾਡੇ ਵੱਲੋਂ ਕੋਈ ਵੀ ਰਿਐਕਸ਼ਨ ਹੁੰਦਾ ਤੇ ਕਿਸੇ ਕਿਸਮ ਦਾ, ਜਾਂ ਅਸੀਂ ਕੋਈ ਟੀਅਰ ਗੈਸ ਵੀ ਛੱਡਦੇ ਜਾਂ ਸਾਡੇ ਕੋਲ ਵਾਟਰ ਕੈਨਨ ਵੀ ਸੀਗੀ, ਤੇ ਇਹ ਸਭ ਤੋਂ ਪਹਿਲਾਂ ਤਾਂ ਇਹ ਸੀ ਵੀ ਪਾਲਕੀ ਸਾਹਿਬ ਵੱਲ ਇਹ ਚੀਜ਼ ਨਾ ਕਿਤੇ ਚਲੀ ਜਾਵੇ
ਔਰ ਉਸ ਤੋਂ ਬਾਅਦ ਜਿਹੜੇ ਯੰਗਸਟਰ ਲੜਕੇ ਸੀਗੇ ਉੱਥੇ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜੇ। ਸੋ ਉਸ ਚੀਜ਼ ਨੂੰ ਅਸੀਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਕਿਉਂਕਿ ਉਦੋਂ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ, ਵਕਤ ਇਦਾਂ ਦਾ ਹੋ ਗਿਆ ਸੀਗਾ, ਤੇ ਪੁਲਿਸ ਸਟੇਸ਼ਨ 'ਚ ਇਹਨਾਂ ਨੇ ਆਉਣ ਤੋਂ ਜਿਹੜਾ ਵੱਡਾ ਸਾਡਾ ਸੀਪੀ ਪਾਲਕੀ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਹੈ, ਔਰ ਕਿਸੇ ਵੀ ਤਰ੍ਹਾਂ ਨਾਲ ਜਿਹੜੇ ਯੰਗਸਟਰ ਉੱਥੇ ਲੜਕੇ ਆ ਉਹ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਉਹ ਚੀਜ਼ ਨਾ ਹੋ ਜਾਏ। ਸਕਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਹੀ ਪੁਲਿਸ ਨੇ ਕਿਸੇ ਤਰ੍ਹਾਂ ਦਾ ਕੋਈ ਲਾਠੀ ਚਾਰਜ ਜਾਂ ਕੋਈ ਉਸ ਤਰੀਕੇ ਦਾ ਬਲ ਦਾ ਪ੍ਰਯੋਗ ਜਿੰਨਾ ਕਰ ਸਕਦੀ ਸੀ ਉਹਨਾਂ ਨਹੀਂ ਕੀਤਾ ਗਿਆ। ਹਾਂਜੀ, ਅਸੀਂ ਬਲ ਦਾ ਪ੍ਰਯੋਗ ਸਿਰਫ ਉੱਥੇ ਇਹਨਾਂ ਦੇ ਖਿਲਾਫ ਨਹੀਂ ਕੀਤਾ, ਆਪਣੇ ਆਪ ਨੂੰ ਬਚਾਉਣ ਲਈ ਜੋ ਅਸੀਂ ਉੱਥੇ ਆਪਣੇ ਆਪ ਦੀ ਸੇਫਟੀ ਲਈ ਕੀਤਾ ਉਹੀ ਸੀਗਾ, ਡਿਫੈਂਸ 'ਚ ਸੀਗਾ, ਬਟ ਅਸੀਂ ਕੋਈ ਅਟੈਕ ਨਹੀਂ ਇਹਨਾਂ ਤੇ ਕੀਤਾ। ਕਿਉਂਕਿ ਤੁਹਾਡੇ ਐਸਪੀ ਵੀ ਉਹਦੇ ਵਿੱਚ ਜ਼ਖਮੀ ਹੋਏ। ਹਾਂਜੀ, ਸਾਡੇ ਐਸਪੀ ਜੁਗਰਾਜ ਔਰ ਸਾਡੇ ਦੂਜੇ ਸਾਥੀ ਕਰਮਚਾਰੀ ਵੀ ਉਹਦੇ 'ਚ ਜ਼ਖਮੀ ਹੋਏ ਸੀ, ਬੜੀਆਂ ਗੰਭੀਰ ਸੱਟਾਂ ਉਹਨਾਂ ਨੂੰ ਲੱਗੀਆਂ ਸੀਗੀਆਂ। ਤੇ ਉਹਦੇ 'ਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਦੋ ਹੀ ਮੇਨ ਉਸ ਵੇਲੇ ਸਾਡੇ ਦਿਮਾਗ 'ਚ ਜਾਂ ਜੋ ਸਾਡੇ ਚੀਜ਼ਾਂ ਸੀ ਉਹ ਇਹ ਸੀ ਵੀ ਮਹਾਰਾਜ ਦੀ ਸਵਾਰੀ, ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਔਰ ਹਾਂ ਬਿਲਕੁਲ ਜਿਹੜੇ ਉੱਥੇ ਯੰਗਸਟਰ ਬੱਚੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਉਹ ਕਿਸ ਰੋਹ 'ਚ ਆ ਕੇ ਕਿਉਂ ਕਰ ਰਿਹਾ, ਕਿਉਂਕਿ ਜਿਹੜੀ ਸਾਜ਼ਿਸ਼ ਸੀਗੀ ਉਹ ਬਿਲਕੁਲ ਘੜੀ ਗਈ ਸੀ। ਸਤਿਕਾਰ ਦੇ ਨਾਲ ਨਾਲ ਜਿਹੜਾ ਮਾਹੌਲ ਜਿਹੜਾ ਤੁਹਾਨੂੰ ਲੱਗਦਾ ਸੀ ਕਿ ਹੋ ਸਕਦਾ ਸੀ ਉਹਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ। ਬਿਲਕੁਲ ਜੀ, ਉਸ ਨੂੰ ਟਾਲਣ ਦੀ ਕੋਸ਼ਿਸ਼ ਅਸੀਂ ਕਾਮਯਾਬ ਵੀ ਹੋਏ ਹਾਂ, ਔਰ ਜਿਹੜੇ ਸਾਥੀ ਇਹਦੇ ਨਾਲ ਇਹਦੀ ਸਾਜ਼ਿਸ਼ ਸੀਗੇ, ਉਸ ਤੋਂ ਇਲਾਵਾ ਹੋਰ ਵੀ ਪਬਲਿਕ ਕੋਈ ਰਾਹਗੀਰ ਸੀਗਾ ਉਹ ਵੀ ਸੀਗਾ ਵੀ ਕਿਤੇ ਉਹਨਾਂ ਦਾ ਵੀ ਕੋਈ ਨੁਕਸਾਨ ਨਾ ਹੋ ਜਾਏ, ਕਿਉਂਕਿ ਜਿਹੜਾ ਸਾਜ਼ਿਸ਼ ਕਰਤਾ ਉਹ ਤਾਂ ਆਪਣੇ ਆਪ ਨੂੰ ਬਚਾ ਲੈਂਦਾ, ਉਹਨੂੰ ਪਤਾ ਹੈ ਵੀ ਕਿਸ ਤਰੀਕੇ ਦਾ ਹੋ ਸਕਦੇ, ਪਰ ਜਿਹੜਾ ਭੋਲੇ ਭਾਲੇ ਲੋਕ ਕੋਈ ਰਾਹਗੀਰ ਦੇਖਣ ਵਾਲੇ ਹੁੰਦੇ ਆ ਉਹ ਵਿਚਾਰੇ ਕਿਸੇ ਨੁਕਸਾਨ 'ਚ ਨਾ ਹੋ ਜਾਣ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ ਰਿਐਕਸ਼ਨ ਸੀਗਾ, ਉਹ ਸਾਰੀ ਚੀਜ਼ ਨੂੰ ਅਸੀਂ ਉਹਦੇ ਅਕੋਰਡਿੰਗਲੀ ਅਸੀਂ ਰਿਐਕਟ ਕੀਤਾ ਸੀ। ਔਰ ਉਸ ਤੋਂ ਬਾਅਦ ਥਾਣੇ ਦੇ ਵਿੱਚ ਮਾਈਕ ਲਗਾ ਕੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਪੁਲਿਸ ਨੂੰ, ਔਰ ਉਸ ਤੋਂ ਬਾਅਦ ਕਈ ਵੀਡੀਓਜ਼ ਵੀ ਵਾਇਰਲ ਹੋਈਆਂ ਸੀ ਜਿਸ ਦੇ ਵਿੱਚ ਸਿੱਧੇ ਤੌਰ ਤੇ ਤੁਹਾਡੇ ਨਾਲ ਬਹਿਸਬਾਜ਼ੀ ਕੀਤੀ ਜਾ ਰਹੀ ਹੈ। ਹਾਲਾਂਕਿ ਉਸ ਤੋਂ ਬਾਅਦ ਉਸ ਨੂੰ ਲੈ ਕੇ ਚਰਚਾ ਵੀ ਹੋਈ ਕਿ ਸ਼ਾਇਦ ਪੁਲਿਸ ਡਰ ਗਈ ਹੈ, ਪੁਲਿਸ ਨੇ ਗੋਡੇ ਟੇਕਤੇ। ਉਹਦੇ ਪਿੱਛੇ ਕੀ ਕਾਰਨ ਸੀ? ਕਿਉਂਕਿ FIR ਤਾਂ ਉਸੇ ਦਿਨ ਰਜਿਸਟਰ ਕਰ ਲਈ ਗਈ ਸੀ, ਪਰ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾ ਕਰਨ ਨੂੰ ਲੈ ਕੇ ਪੁਲਿਸ ਤੇ ਬਹੁਤ ਵੱਡੇ ਸਵਾਲ ਖੜੇ ਹੋਏ ਸੀ। ਦੇਖੋ, ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਜਿੰਨੇ ਵੀ ਕਾਨੂੰਨ ਨੂੰ ਉਸ ਵਕਤ ਆਪਣੇ ਹੱਥ 'ਚ ਲਿਆ, ਕਾਨੂੰਨ ਮੁਤਾਬਕ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈ ਲਿਆ ਜੀ। ਪਰ ਜੇ ਸਾਡਾ ਉੱਥੇ ਕੋਈ ਵੀ ਰਿਐਕਸ਼ਨ ਜਿਹਦੇ 'ਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਬੜੀ ਡਿਟੇਲ 'ਚ ਦੱਸ ਚੁੱਕਾ ਹਾਂ ਵੀ ਮਹਾਰਾਜ ਦੀ ਸਵਾਰੀ ਦਾ ਕੋਈ ਨੁਕਸਾਨ ਹੋ ਜਾਂਦਾ ਜਾਂ ਕਿਸੇ ਦਾ ਕੋਈ ਹੋਰ ਜਾਨੀ ਨੁਕਸਾਨ ਹੋ ਜਾਂਦਾ, ਉਹ ਪੂਰਾ ਕਰਨਾ ਨਾਮੁਮਕਿਨ ਸੀ। ਪਰ ਜਿਹੜੀ ਤੀਸਰੀ ਚੀਜ਼, ਜਿਹੜਾ ਕਾਨੂੰਨ ਨੂੰ ਜਿੰਨੇ ਵੀ ਹੱਥ 'ਚ ਲਿਆ ਆ, ਉਹ ਕਾਨੂੰਨ ਨੇ ਉਸ ਨੂੰ ਸਜ਼ਾ ਦਿੱਤੀ ਆ, ਕਾਨੂੰਨ ਦੇ ਮੁਤਾਬਕ ਉਹਨਾਂ ਦੇ ਐਕਸ਼ਨ ਲਿਆ ਗਿਆ ਆ, ਔਰ ਸਾਰੀਆਂ ਚੀਜ਼ਾਂ ਉਹਦੇ ਅਕੋਰਡਿੰਗਲੀ ਸੈਟਲ ਹੋ ਗਈਆਂ ਜੀ। ਸੋ ਇਹ ਜਿਹੜਾ ਆਪਾਂ ਕਹਿੰਦੇ ਆ ਕਿ ਪੁਲਿਸ ਨੇ ਉੱਥੇ ਕੋਈ ਰਿਐਕਟ ਨਹੀਂ ਕੀਤਾ, ਪੁਲਿਸ ਨੇ ਹਮੇਸ਼ਾ ਲਾਰਜਰ ਪਿਕਚਰ, ਲਾਰਜਰ ਇੰਟਰਸਟ ਸੋਸਾਇਟੀ ਦਾ, ਸਟੇਟ ਦਾ, ਔਰ ਕੀ ਮੌਕੇ ਤੇ ਪੋਸੀਬਲ ਹੈ ਉਹ ਦੇਖਣਾ ਹੁੰਦਾ ਹੈ। ਅਸੀਂ ਸਿਰਫ ਉਸ ਕਰਕੇ ਵੀ ਜੇ ਸਾਡੇ ਤੇ ਉਂਗਲਾਂ ਉੱਠ ਰਹੀਆਂ ਉਸ ਪਿੱਛੇ ਅਸੀਂ ਓਵਰ ਰਿਐਕਟ ਕਰਕੇ ਜੇ ਕਿਤੇ ਉਹ ਦੋ ਗਲਤੀਆਂ 'ਚੋਂ ਕੋਈ ਵੀ ਗਲਤੀ ਅਸੀਂ ਕਰ ਪਾਉਂਦੇ ਤਾਂ ਉਹ ਚੀਜ਼ਾਂ ਫਿਰ ਕਦੀ ਵਾਪਸ ਨਹੀਂ ਸੀ ਆਉਣੀਆਂ। ਅਸੀਂ ਕਹਿ ਸਕਦੇ ਕਿ ਜੇਕਰ ਉਸ ਵੇਲੇ ਉਹ ਸਮਝਦਾਰੀ ਨਾ ਵਰਤੀ ਹੁੰਦੀ ਤਾਂ ਅੱਜ ਹਾਲਾਤ ਕੁਝ ਹੋਰ ਹੋ ਸਕਦੇ। ਹਾਂਜੀ, ਅੱਜ ਬਿਲਕੁਲ ਹਾਲਾਤ ਕੁਝ ਹੋਰ ਹੋਣੇ ਸੀ, ਔਰ ਅਸੀਂ ਉਹਨਾਂ ਚੀਜ਼ਾਂ ਦਾ ਸਾਡੇ ਕੋਲ ਜਵਾਬ ਵੀ ਨਹੀਂ ਸੀ ਹੋਣਾ। ਪਰ ਕਿਉਂਕਿ ਜਿੱਦਾਂ ਹੁਣ ਸਾਨੂੰ ਸਵੇਰੇ ਹੀ ਪਤਾ ਲੱਗ ਗਿਆ ਸੀ ਕਿ ਇਹ ਪਾਲਕੀ ਸਾਹਿਬ ਲੈ ਕੇ ਚੱਲਿਆ ਹੈ ਔਰ ਇਹਦੇ ਪਿੱਛੇ ਮਨਸ਼ਾ ਕੀ ਹੈ, ਕੀ ਚੀਜ਼ਾਂ ਚੱਲ ਰਹੀਆਂ ਆ, ਤੇ ਅਸੀਂ ਬਿਲਕੁਲ ਇਹਦੇ 'ਚ ਕਲੀਅਰ ਸੀਗੇ ਵੀ ਕਿਸੇ ਵੀ ਤਰ੍ਹਾਂ ਦੀ ਅਸੀਂ ਵਾਇਲੈਂਸ ਨੂੰ ਅਵੋਇਡ ਕਰਨਾ ਜੀ। ਸਰ, ਉਸ ਤੋਂ ਬਾਅਦ ਜਦੋਂ ਇਹ ਘਟਨਾਕ੍ਰਮ ਵਾਪਰ ਜਾਂਦਾ ਹੈ, ਉਸ ਤੋਂ ਬਾਅਦ ਕਾਫੀ ਦਿਨਾਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਇੱਕ ਹੋਰ FIR ਉਸ ਘਟਨਾਕ੍ਰਮ ਤੋਂ ਬਾਅਦ ਵੀ ਦਰਜ ਕੀਤੀ ਗਈ ਸੀ ਉਸ ਮਾਮਲੇ ਦੇ ਵਿੱਚ, ਔਰ ਜਿਹੜੀ ਪਹਿਲੀ FIR ਸੀ ਵਰਿੰਦਰ ਸਿੰਘ ਵਾਲੀ, ਉਹਦੇ ਵਿੱਚ ਹੁਣ ਤੱਕ ਕੀ ਕਾਰਵਾਈ ਹੋ ਚੁੱਕੀ ਹੈ? ਕਿਉਂਕਿ ਅੰਮ੍ਰਿਤਪਾਲ ਸਿੰਘ ਜਾਂ ਫਿਰ ਉਹਦੇ ਜਿਹੜੇ ਬਹੁਤ ਕਰੀਬੀ ਸਾਥੀ ਸੀ ਉਹਨਾਂ ਬਾਰੇ ਤਾਂ ਸਾਰੇ ਲੋਕ ਜਾਣਦੇ ਨੇ, ਪਰ ਕਿੰਨੀਆਂ ਕੁ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਹੋਈਆਂ? ਕਿਉਂਕਿ ਗ੍ਰਿਫਤਾਰੀਆਂ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਕਿ ਨਜਾਇਜ਼ ਗ੍ਰਿਫਤਾਰ ਕੀਤੇ ਜਾ ਰਹੇ ਨੇ ਨੌਜਵਾਨ। ਕੀ ਜਿਹੜੇ ਉਸ ਵੇਲੇ ਜਦੋਂ CCTV ਫੁਟੇਜ ਜਾਂ ਹੋਰ ਤਸਵੀਰਾਂ ਦੀ ਜਦੋਂ ਘੋਖ ਕੀਤੀ ਗਈ ਤਾਂ ਜਿਹੜੇ ਲੋਕ ਉੱਥੇ ਉਸ ਦੇ ਕਾਫਲੇ 'ਚ ਸ਼ਾਮਲ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ? ਦੇਖੋ, ਜਿਹੜਾ ਪਹਿਲੀ 29 ਨੰਬਰ FIR ਸੀ ਜਿਹੜੀ ਵਰਿੰਦਰ ਸਿੰਘ ਵੱਲੋਂ ਰਜਿਸਟਰ ਕਰਵਾਈ ਗਈ ਸੀਗੀ, ਉਹਦੇ ਵਿੱਚ ਅਸੀਂ ਜਿਹੜੇ ਟੈਕਨੀਕਲ ਐਵੀਡੈਂਸ ਦੇ ਬੇਸ ਤੇ ਮੁਲਜ਼ਮ ਉਸ ਵੇਲੇ ਮੌਕੇ ਤੇ ਹਾਜ਼ਰ ਸੀ, ਅਸੀਂ ਉਹਨਾਂ ਨੂੰ ਹੀ ਅਰੈਸਟ ਕੀਤਾ ਹੈ।
ਬਕਾਇਦਾ ਸਿੱਟ ਬਣੀ ਸੀ ਔਰ ਸਿੱਟ ਨੇ ਇਨਵੈਸਟੀਗੇਟ ਕਰਕੇ ਸਾਰੀਆਂ ਚੀਜ਼ਾਂ ਸਾਹਮਣੇ ਲਿਆਂਦੀਆਂ ਔਰ ਉਹ ਮੁਕੱਦਮਾ ਸਟੈਂਡ ਕੀਤਾ ਹੋਇਆ ਕਿਉਂਕਿ ਮੁਕੱਦਮਾ ਸੱਚ ਦੇ ਬੇਸ ਤੇ ਰਜਿਸਟਰ ਹੋਇਆ ਸੀਗਾ ਜੀ। ਉਸ ਤੋਂ ਬਾਅਦ ਜਿਹੜਾ ਇਹਨਾਂ ਨੇ 23 ਫਰਵਰੀ ਨੂੰ ਥਾਣੇ ਦੇ ਵਿੱਚ ਆ ਕੇ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ ਸੀਗਾ, ਉਸ ਸੰਬੰਧੀ ਅਗਲੇ ਦਿਨ 24 ਤਰੀਕ ਨੂੰ FIR ਰਜਿਸਟਰ ਹੋ ਗਈ ਸੀ ਔਰ ਉਹਦੇ ਵਿੱਚ ਵੀ ਅੰਮ੍ਰਿਤਪਾਲ ਮੇਨ ਅਕਿਊਜ਼ਡ ਹੈ ਔਰ ਨਾਲ ਉਹਦੇ ਸਾਥੀ ਸੀਗੇ ਜੀ। ਉਹਦੇ ਵਿੱਚ ਕਿਉਂਕਿ ਕਾਫੀ ਪਬਲਿਕ ਸੀ, ਜੇ ਆਪਾਂ ਵੀਡੀਓ ਦੇਖੀਏ ਤਾਂ ਵੀਡੀਓ ਦੇ ਵਿੱਚ ਕਾਫੀ ਦੁਨੀਆ ਜਾਂ ਲੋਕ ਉਹਦੇ ਵਿੱਚ ਹੈ, ਪਰ ਅਗੇਨ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜਿਹੜਾ ਲਾਰਜਰ ਇੰਟਰਸਟ ਸੁਸਾਇਟੀ ਦਾ ਸਟੇਟ ਦਾ ਉਹ ਦੇਖ ਰਹੇ ਹਾਂ। ਆਨਰੇਬਲ CM ਸਾਹਿਬ ਵੱਲੋਂ DG ਸਾਹਿਬ ਵੱਲੋਂ ਫਿਰ ਸਾਰੀਆਂ ਇਹੀ ਹਦਾਇਤਾਂ ਸਨ ਵੀ ਜਿਹੜੇ ਲੋਕ ਉੱਥੇ ਜਿਨ੍ਹਾਂ ਦੇ ਸਿੱਧੀ ਇਨਵੋਲਵਮੈਂਟ ਨਹੀਂ ਹੈ ਉਹਨਾਂ ਦੇ ਖਿਲਾਫ ਅਸੀਂ ਕੋਈ ਐਕਸ਼ਨ ਨਹੀਂ ਲਿਆ ਕਿਉਂਕਿ ਹਰ ਚੀਜ਼ ਦੀ ਵੀਡੀਓਗ੍ਰਾਫੀ ਆ। ਔਰ ਜਿਹੜੇ ਲੋਕ ਅਗਰੈਸਿਵਲੀ ਪੁਲਿਸ ਤੇ ਅਟੈਕ ਕਰ ਰਹੇ ਆ ਤਲਵਾਰਾਂ ਨਾਲ ਬਰਛਿਆਂ ਨਾਲ, ਅਸੀਂ ਸਿਰਫ ਉਹਨਾਂ ਨੂੰ ਹੀ ਅਰੈਸਟ ਕੀਤਾ ਹੈ ਜਾਂ ਹੋਰ ਜਿਹੜੇ ਨੋਮੀਨੇਟ ਕਰ ਰਹੇ ਕਿਸੇ ਦੀ ਉਸ ਇਲਾਕੇ ਦੀ ਜਿਹੜੀ ਮੌਜੂਦਗੀ ਹੈ ਉਹਨੂੰ ਵੈਰੀਫਾਈ ਕੀਤਾ ਗਿਆ। ਬਿਲਕੁਲ ਵੈਰੀਫਾਈ ਕੀਤਾ ਗਿਆ ਆ ਔਰ ਅਸੀਂ ਇਸ ਵੇਲੇ ਐਕਸ਼ਨ ਸਿਰਫ ਉਹਨਾਂ ਲੋਕਾਂ ਤੇ ਲੈ ਰਹੇ ਹਾਂ ਜਿਨ੍ਹਾਂ ਨੇ ਵਿਦ ਅਗੇਨ ਜਿਹਦੇ ਚ ਵੀਡੀਓਗ੍ਰਾਫੀ ਸਾਡੇ ਕੋਲ ਐਵੀਡੈਂਸ ਹੈ ਵੀ ਜਿਹੜੇ ਪੁਲਿਸ ਤੇ ਅਟੈਕ ਕਰ ਰਹੇ ਆ, ਪੁਲਿਸ ਅਫਸਰਾਂ ਤੇ ਸਾਥੀਆਂ ਤੇ ਬਰਛਿਆਂ ਨਾਲ ਤਲਵਾਰਾਂ ਨਾਲ ਜਾਣਬੁੱਝ ਕੇ ਡੈਲੀਬਰੇਟਲੀ ਅਟੈਕ ਕਰ ਰਹੇ ਆ, ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲੈ ਰਹੇ ਆ ਔਰ ਤਕਰੀਬਨ 20 ਤੋਂ 25 ਲੋਕ ਅਸੀਂ ਅਰੈਸਟ ਕੀਤੇ ਆ ਔਰ ਥੋੜੇ ਹੋਰ ਅਸੀਂ ਨੋਮੀਨੇਟ ਕੀਤੇ ਆ ਜਿਨ੍ਹਾਂ ਤੇ ਅਸੀਂ ਐਕਸ਼ਨ ਲੈ ਰਹੇ ਹਾਂ ਜੀ। ਯਾਨੀ ਕਿ ਜਾਂਚ ਹਾਲੇ ਵੀ ਲਗਾਤਾਰ ਜਾਰੀ ਹੈ। ਇੱਕ ਹੋਰ ਚੀਜ਼ ਹਰ ਕੋਈ ਜਾਣਨਾ ਚਾਹੁੰਦਾ ਕਿ ਅੰਮ੍ਰਿਤਪਾਲ ਜਾਂ ਉਹਦੇ ਜਿਹੜੇ ਹੋਰ ਸਾਥੀ ਨੇ ਜਿਨ੍ਹਾਂ ਦੇ ਖਿਲਾਫ NSA ਲੱਗੀ ਆ, ਉਸ ਤੋਂ ਇਲਾਵਾ ਕਿੰਨੀਆਂ ਕੁ ਗ੍ਰਿਫਤਾਰੀਆਂ ਹੋਈਆਂ ਨੇ ਜਿਹੜੇ ਲੋਕਾਂ ਦੀ ਸਿੱਧੀ ਤੌਰ ਤੇ ਉਸ ਦੇ ਵਿੱਚ ਸ਼ਮੂਲੀਅਤ ਸੀ, ਇਨਵੋਲਵਮੈਂਟ ਸੀ, ਜਿਨ੍ਹਾਂ ਨੇ ਪੁਲਿਸ ਤੇ ਅਟੈਕ ਕੀਤਾ? ਮੈਂ ਉਹੀ ਦੱਸ ਰਿਹਾ ਜੀ, ਅਸੀਂ ਜਿਨ੍ਹਾਂ ਤੇ NSA 10 ਵਿਅਕਤੀ NSA ਵਾਲੇ ਉੱਥੇ ਗਏ ਹੋਏ ਆ, ਉਸ ਤੋਂ ਇਲਾਵਾ ਅਸੀਂ 20 ਤੋਂ 25 ਵਿਅਕਤੀ ਹੈ ਜਿਨ੍ਹਾਂ ਨੂੰ ਅਸੀਂ ਅਰੈਸਟ ਕੀਤਾ ਔਰ ਇਹ ਸਾਰੇ ਉਹੀ ਲੋਕ ਆ ਜਿਨ੍ਹਾਂ ਕੋਲ ਸਾਡੇ ਕੋਲ ਵੀਡੀਓਗ੍ਰਾਫੀ ਐਵੀਡੈਂਸ ਅਵੇਲੇਬਲ ਆ, ਜਿਹੜੇ ਪੁਲਿਸ ਤੇ ਤਿੱਖੇ ਹਥਿਆਰਾਂ ਨਾਲ ਤਲਵਾਰਾਂ ਬਰਛਿਆਂ ਨਾਲ ਅਟੈਕ ਕਰ ਰਹੇ ਆ, ਸਿਰਫ ਅਸੀਂ ਉਹਨਾਂ ਨੂੰ ਹੀ ਅਰੈਸਟ ਕਰ ਰਹੇ ਆ। ਬਾਕੀ ਤੁਸੀਂ ਦੇਖਿਆ ਹੋਣਾ ਹੈ ਕਈ ਹੋਰ ਲੋਕਾਂ ਨੂੰ 57 ਪ੍ਰੀਵੈਂਟਿਵ ਐਕਸ਼ਨ 'ਚ ਅਰੈਸਟ ਕੀਤਾ ਗਿਆ ਸੀਗਾ, ਉਹਨਾਂ ਸਾਰਿਆਂ ਨੂੰ ਅਸੀਂ ਹਫ਼ਤੇ ਬਾਅਦ ਹੀ ਸਾਰੇ ਪੰਜਾਬ 'ਚ ਹੀ ਇਹ ਚੀਜ਼ ਹੋਈ ਆ, ਉਹਨਾਂ ਨੂੰ ਸਾਰਿਆਂ ਨੂੰ ਘਰ ਬਿਠਾਇਆ ਗਿਆ, ਉਹਨਾਂ ਦੇ ਪੇਰੈਂਟਸ ਨਾਲ ਗੱਲ ਕੀਤੀ ਗਈ, ਪੰਚਾਇਤਾਂ ਨਾਲ ਸਰਪੰਚਸ ਨਾਲ ਗੱਲ ਕੀਤੀ ਗਈ ਵੀ ਅਸੀਂ ਵੀ ਇਹੀ ਚਾਹੁੰਦੇ ਆ ਕਿ ਜਿਹੜਾ ਪੰਜਾਬ ਦਾ ਨੌਜਵਾਨ ਆ, ਸਾਡੇ ਬੱਚੇ ਆ, ਉਹ ਆਰਾਮ ਨਾਲ ਘਰਾਂ 'ਚ ਬੈਠਣ, ਗਲਤ ਪਾਸੇ ਨਾ ਆਉਣ ਔਰ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਾ ਲੈਣ। ਇਹ ਬਹੁਤ ਜ਼ਰੂਰੀ ਸਵਾਲ ਸੀ। ਤੁਸੀਂ ਕਿਹਾ ਕਿ ਅਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਸੀ ਪਰ ਪੁੱਛਗਿੱਛ ਕਰਕੇ ਉਹਨਾਂ ਦੇ ਮਾਪਿਆਂ ਨੂੰ ਸਮਝਾ ਕੇ, ਪਰ ਇਸ ਪੂਰੇ ਘਟਨਾਕ੍ਰਮ 'ਚ ਜਿਹੜੀ ਭੀੜ ਸੀ ਉਹਦਾ ਜ਼ਿਆਦਾਤਰ ਹਿੱਸਾ ਨੌਜਵਾਨ ਸੀ, ਤਾਂ ਜਾਂਚ ਦੇ ਵਿੱਚ ਕੀ ਗੱਲ ਸਾਹਮਣੇ ਆਈ ਕਿ ਕਿਉਂ ਇਹ ਨੌਜਵਾਨ ਆਏ, ਕਿ ਕਿਹੜੀ ਐਸੀ ਚੀਜ਼ ਸੀ ਜਿਹੜੀ ਉਹਨਾਂ ਨੂੰ ਲੱਗਿਆ ਕਿ ਇਸ ਕਾਫਲੇ ਦਾ ਹਿੱਸਾ ਹੋਣਾ ਚਾਹੀਦਾ? ਦੇਖੋ ਇਹਦੇ 'ਚ ਮੈਂ ਜਿੱਦਾਂ ਪਹਿਲਾਂ ਦੱਸਿਆ ਵੀ ਕੁਝ ਤਾਂ ਅੰਮ੍ਰਿਤਪਾਲ ਤੇ ਉਹਦੇ ਸਾਥੀ ਇਸ ਪਲੈਨਿੰਗ ਦਾ ਹਿੱਸਾ ਸੀ, ਜਿਹੜੇ ਸ਼ੁਰੂ ਤੋਂ ਹੀ ਇਸ ਪਲੈਨਿੰਗ ਦੇ ਵਿੱਚ ਆਏ ਸੀਗੇ, ਉਹ ਤਾਂ ਵਿਅਕਤੀਆਂ ਨੂੰ ਅਸੀਂ ਅਰੈਸਟ ਕਰ ਰਹੇ ਹਾਂ। ਜਿਹੜੇ ਨੌਜਵਾਨ ਸਾਡਾ ਯੂਥ ਆ, ਬੱਚੇ ਆ, ਉਹ ਗੁੰਮਰਾਹ ਹੋਏ ਸੀਗੇ ਔਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਅਸੀਂ ਕਿਸ ਪਾਸੇ ਤੁਰੇ ਹੋਏ ਆ। ਸੋ ਸਾਰੇ ਬੱਚਿਆਂ ਨੂੰ ਅਸੀਂ ਉਹਨਾਂ ਦੇ ਇਕੱਲੇ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਨਹੀਂ, ਸਾਰੇ ਪੰਜਾਬ ਦੇ ਵਿੱਚ ਹੀ ਸਾਰੇ SSP ਸਾਹਿਬਾਨ ਨੇ ਉਹਨਾਂ ਦੇ ਘਰਦਿਆਂ ਨੂੰ, ਪੰਚਾਇਤਾਂ ਨੂੰ ਬੁਲਾ ਕੇ ਤੁਸੀਂ ਦੇਖਿਆ ਹੋਣਾ ਆ, ਅਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਛੱਡਿਆ ਆ, ਉਹਨਾਂ ਨੂੰ ਘਰ ਬਿਠਾਇਆ ਔਰ ਇਹੀ ਉਹਨਾਂ ਨੂੰ ਅਸੀਂ ਸਮਝਾਇਆ ਕਿ ਇਹ ਰਸਤਾ ਗਲਤ ਹੈਗਾ ਆ ਔਰ ਉਹ ਬੱਚਿਆਂ ਨੇ ਮਹਿਸੂਸ ਵੀ ਕੀਤਾ ਕਿ ਸਾਨੂੰ ਆਪ ਨਹੀਂ ਸੀ ਪਤਾ, ਅਸੀਂ ਗੁੰਮਰਾਹ ਹੋ ਗਏ ਸੀ ਔਰ ਅਸੀਂ ਇਸ ਚੀਜ਼ ਤੋਂ ਬਾਹਰ ਨਿਕਲ ਕੇ ਅਸੀਂ ਖੁਸ਼ ਹਾਂ। ਸਾਡਾ ਲੋਕਾਂ ਨੇ, ਪੰਚਾਇਤਾਂ ਨੇ ਚੰਗੀਆਂ, ਜਿਹੜੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਸਾਰੀਆਂ ਚੰਗੀਆਂ, ਜਿਹੜੇ ਮਹਾਰਾਜ ਦਾ ਇਹਨਾਂ ਨੂੰ ਅੰਮ੍ਰਿਤ ਛਕਾਉਂਦੇ ਆ ਔਰ ਉਹ ਵੀ ਕਾਫੀ ਇਨਵੋਲਵ ਹੋ ਕੇ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਔਰ ਸਾਰਿਆਂ ਨੇ ਬੱਚਿਆਂ ਨੂੰ ਘਰ ਬਿਠਾਇਆ ਜੀ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਬਾਰ-ਬਾਰ ਕਿ ਤਲਵਾਰਾਂ ਬਰਛਿਆਂ ਦੇ ਨਾਲ ਹਮਲਾ ਕੀਤਾ ਗਿਆ, ਉਸ ਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਲ ਵੈਪਨ ਵੀ ਬਹੁਤ ਸਾਰੇ ਸੀ, ਚਾਹੇ ਉਹ ਲੀਗਲ ਸੀ ਜਾਂ ਇਲੀਗਲ ਸੀ, ਉਹ ਤਾਂ ਜਾਂਚ ਦੇ ਵਿੱਚ ਤੁਹਾਡੇ ਕੋਲੋਂ ਸਪਸ਼ਟ ਹੋਏਗਾ। ਕਿੰਨੇ ਕੁ ਵੈਪਨ ਹੁਣ ਤੱਕ ਇਹਨਾਂ ਕੋਲੋਂ ਰਿਕਵਰ ਹੋ ਚੁੱਕੇ ਆ? ਦੇਖੋ ਤੁਹਾਡਾ ਸਵਾਲ ਮੈਂ ਭੁੱਲ ਗਿਆ ਸੀ ਦੱਸਣਾ, ਇਹਨਾਂ ਕੋਲ 7 ਦੇ ਕਰੀਬ ਡਬਲ ਬੈਰਲ 12 ਬੋਰ ਡਬਲ ਬੈਰਲ ਗਨ ਜਿਹੜੀ ਉਹ ਬਰਾਮਦ ਹੋਈਆਂ ਆ ਔਰ ਉਹ 7 ਦੇ 7 ਹੀ ਜਿਹੜੀਆਂ ਇਹ ਕੈਰੀ ਕਰ ਰਹੇ ਸੀ ਇਹ ਆਥੋਰਾਈਜ਼ਡ ਨਹੀਂ ਸੀਗੇ, ਇਹ ਟੋਟਲੀ ਇਲੀਗਲ ਉਹ ਵੈਪਨ ਸੀਗੇ, ਉਹ ਕਿਸੇ ਦੇ ਲਾਇਸੈਂਸੀ ਵੈਪਨ ਆ ਔਰ ਉੱਥੋਂ ਇਹ ਅੰਮ੍ਰਿਤਪਾਲ ਦੇ ਜਿਹੜੇ ਇਹ ਸਾਥੀ ਜਿਹੜੇ ਅਰੈਸਟ ਕੀਤੇ ਆ ਜ਼ਿਆਦਾਤਰ ਉਹੀ ਲੋਕਾਂ ਨੇ
ਉਹਨਾਂ ਤੋਂ ਚੁੱਕ ਕੇ ਲਿਆ ਕੇ ਇੱਥੇ ਇਹਦੇ ਕੋਲ ਜੱਲੂ ਖੜੇ ਅੰਮ੍ਰਿਤਪਾਲ ਦੇ ਉਹਦੇ ਪਿੰਡ ਦੇ ਵਿੱਚ ਆਪਦੇ ਉਹਨਾਂ ਨੇ ਉਹਦੇ 'ਚ ਰੱਖ ਲਏ। ਔਰ ਜੇ ਉਹਨਾਂ ਨੇ ਮੰਗਣਾ ਤਾਂ ਉਹਨਾਂ ਨੂੰ ਡਰਾ ਦੇਣਾ ਵੀ ਜੇ ਤੁਸੀਂ ਹਥਿਆਰ ਮੰਗੇ ਸਾਡੇ ਕੋਲ ਤੇ ਅਸੀਂ ਫਿਰ ਤੁਹਾਡੇ ਖਿਲਾਫ ਨਜਿੱਠਾਂਗੇ ਜੀ। ਲਾਇਸੈਂਸ ਹੋਲਡਰ ਕਿਤੇ ਹੋਰ ਦਾ, ਕਿਸੇ ਪਿੰਡ ਦਾ ਵੈਪਨ ਕੋਈ ਕੈਰੀ ਕਰ ਰਿਹਾ ਔਰ ਵੈਪਨ ਕਿਸੇ ਹੋਰ ਜਗ੍ਹਾ ਤੇ ਹੈ। ਔਰ ਇਹਦੇ 'ਚ 315 ਬੋਰ ਵੀ 3 ਹੈਗੀਆਂ, ਜਿਨ੍ਹਾਂ 'ਚੋਂ ਸਿਰਫ ਇੱਕ 315 ਬੋਰ ਤੇ ਇੱਕ ਰਿਵਾਲਵਰ ਆ ਜਿਹੜਾ ਲਾਇਸੈਂਸਡ ਹੈ। ਪਰ ਉਹ ਵੀ ਜਿਹੜਾ ਲਾਇਸੈਂਸੀ ਵੈਪਨ ਆ ਉਹਦੇ ਵਿੱਚ ਜਿਹੜੇ ਰੌਂਡਸ ਹੈਗੇ ਆ ਜੋ ਉਹਨਾਂ ਨੂੰ ਡਿਪਟੀ ਕਮਿਸ਼ਨਰ ਆਫਿਸ ਵੱਲੋਂ ਆਥੋਰਾਈਜ਼ਡ ਆ, ਉਹਦੇ ਤੋਂ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਆ। ਔਰ ਅਸੀਂ ਇਹ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਉਹ ਐਕਸਟਰਾ ਰੌਂਡਸ ਇਹਨਾਂ ਨੇ ਕਿੱਥੋਂ ਪ੍ਰੋਕਿਉਰ ਕੀਤੇ, ਕੀ ਚੱਲ ਰਿਹਾ। ਸਾਡੀ ਇਨਵੈਸਟੀਗੇਸ਼ਨ ਕਾਫੀ ਐਡਵਾਂਸ ਸਟੇਜ ਤੇ ਹੈ ਉਸ ਬੰਚ ਵੀ ਜੀ। ਸੋ ਟੋਟਲੀ ਇਲੀਗਲ ਵੈਪਨ ਸੀਗੇ ਔਰ ਜਿਹੜੇ ਬੰਦੇ ਇਹਨਾਂ ਵੈਪਨ ਨੂੰ ਕੈਰੀ ਕਰ ਰਹੇ ਆ ਔਰ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਵੈਪਨ ਚੱਲਦੇ ਕਿੱਥੋਂ ਆ, ਕੋਈ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੈ ਕਿਸੇ ਆਥੋਰਾਈਜ਼ਡ ਬੰਦੇ ਤੋਂ। ਜਿਹੜੀਆਂ ਤੁਸੀਂ ਪਹਿਲਾਂ ਵੀਡੀਓਜ਼ ਦੇਖਿਆ ਹੋਣੀਆਂ, ਜਿਹੜੀ ਪਿੰਡ ਦੇ ਨਾਲ ਹੀ ਛੋਟੀ ਜੀ ਨਹਿਰ ਆ, ਉੱਥੇ ਹੀ ਬਣਾ ਕੇ ਇਹਨਾਂ ਨੇ ਮਿੱਟੀ ਦਾ ਇੱਕ ਰੇਂਜ ਹੀ ਬਣਾ ਕੇ ਉੱਥੇ ਹੀ ਗੋਲੀਆਂ ਚਲਾ ਕੇ ਤਾਂ ਆਪ ਹੀ ਉਸਤਾਦ ਬਣ ਜਾਣਾ, ਆਪ ਹੀ ਇਹ ਸਾਰੀਆਂ ਚੀਜ਼ਾਂ ਸ਼ੁਰੂ ਕਰਨੀਆਂ। ਸੋ ਉਹ ਟੋਟਲੀ ਇਹਨਾਂ ਦਾ ਇਲੀਗਲ ਸੀਗਾ ਜੀ। ਫਿਰ ਉਹਨੂੰ ਇਹਨਾਂ ਨੇ ਫੋਰਸ ਨੂੰ ਨਾਂ ਦੇਤਾ AKF ਜੈਕਟਸ ਬਣਾ ਲੀਆਂ ਆਪਣੀਆਂ, ਤੇ ਇਹ ਇਲੀਗਲ ਐਕਟੀਵਿਟੀਜ਼ ਟੋਟਲੀ ਹੈ।